ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰੂਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਅਸੀਂ ਸਾਰੇ ਹੀ ਤਕਰੀਬਨ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੁੰਦੇ ਆ, ਤੇ ਸੋਸ਼ਲ ਮੀਡੀਆ ਦੇ ਉੱਪਰ ਜੋ ਕੁਝ ਚੱਲ ਰਿਹਾ ਹੁੰਦਾ ਕਿਤੇ ਨਾ ਕਿਤੇ ਉਹ ਆਮ ਲੋਕਾਂ ਦੀ ਚਰਚਾ ਦਾ ਹਿੱਸਾ ਵੀ ਬਣ ਜਾਂਦਾ ਹੈ। ਇਸੇ ਤਰ੍ਹਾਂ ਹੀ ਸੋਸ਼ਲ ਮੀਡੀਆ ਦੇ ਉੱਪਰ ਭਗਤ ਸਿੰਘ ਦੇ ਬਾਰੇ ਇੱਕ ਵੱਡੀ ਜਿਹੜੀ ਬਹਿਸ ਆ ਉਹ ਛਿੜੀ ਹੋਈ ਹੈ, ਔਰ ਇਹਦੇ ਵਿੱਚ ਵੀ ਕੋਈ ਅਤਕਥਨੀ ਨਹੀਂ ਕਿ ਬੜਾ ਹੀ ਅਹਿਮ ਮੁੱਦਾ ਹੈ, ਔਰ ਇਹਦੇ ਉੱਪਰ ਬੜੀ ਸੰਜੀਦਗੀ ਦੇ ਨਾਲ ਚਰਚਾ ਕਰਨ ਦੀ ਲੋੜ ਹੈ। ਪਹਿਲੀ ਗੱਲ ਜਿਹੜੀ ਸਭ ਤੋਂ ਅਹਿਮ ਗੱਲ ਹੈ ਕਿ ਇਹਦੇ ਪਿੱਛੇ ਜਿਹੜੀ ਪੰਜਾਬ ਦੇ ਵਿੱਚ ਸਥਾਪਿਤ ਰਾਜਨੀਤਿਕ ਧਿਰ ਹੈ, ਯਾਨੀ ਕਿ ਆਮ ਆਦਮੀ ਪਾਰਟੀ, ਉਹਦੇ ਇੱਕ ਗੁੱਝੇ ਮੰਤਵ ਨੂੰ ਸਮਝਣ ਦੀ ਬਹੁਤ ਲੋੜ ਹੈ ਕਿ ਉਹਦੇ ਸਮੁੱਚੇ ਇਸ ਵਰਤਾਰੇ ਦੇ ਪਿੱਛੇ ਜਿਸ ਤਰ੍ਹਾਂ ਦੇ ਨਾਲ ਮੀਡੀਆ ਦੇ ਵਿੱਚ ਇਸ ਨੂੰ ਪਹਿਲਾਂ ਉਛਾਲਣ ਦੀ ਪਹਿਲ ਕੀਤੀ ਗਈ, ਉਹਦੇ ਪਿੱਛੇ ਉਹਨਾਂ ਦਾ ਛੁਪਿਆ ਹੋਇਆ ਮੰਤਵ ਕੀ ਹੈ ਜਾਂ ਫਿਰ ਉਹਨਾਂ ਦਾ ਗੁੱਝਾ ਮਕਸਦ ਕੀ ਹੈ। ਇਸ ਮੁੱਦੇ ਪ੍ਰਤੀ ਜਿਹੜੀ ਪਹੁੰਚ ਹੈ ਉਹ ਇੰਜ ਲੱਗਦਾ ਹੈ ਕਿ ਜਿਹੜੀ ਸਿੱਖਾਂ ਦੀ ਇੱਕ ਚੇਤਨਮਾਨ ਸੱਤਾ ਸੀ, ਭਾਵ ਕਿ ਸਿੱਖਾਂ ਦਾ ਉਹ ਨੌਜਵਾਨ ਵਰਗ ਜਿਹੜਾ ਪੰਜਾਬ ਦੀਆਂ ਸਮੱਸਿਆਵਾਂ ਦੇ ਬਾਰੇ ਬੜੀ ਸੰਜੀਦਗੀ ਦੇ ਨਾਲ ਸੋਚਦਾ ਹੈ, ਕਿਤੇ ਨਾ ਕਿਤੇ ਉਹਨਾਂ ਨੂੰ ਭੜਕਾਉਣ ਦੀ ਜਾਂ ਫਿਰ ਪੰਜਾਬ ਦੇ ਨਾਲ ਜਿਹੜੇ ਜੁੜੇ ਹੋਏ ਮੁੱਦੇ ਨੇ ਉਹਨਾਂ ਤੋਂ ਧਿਆਨ ਲਾਂਭੇ ਕਰਨ ਦਾ ਯਤਨ ਕੀਤਾ ਗਿਆ ਹੈ। ਉਹ ਚਾਹੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਸੀ, ਜਾਂ ਫਿਰ ਹਾਈ ਕੋਰਟ ਜਾਂ ਵਿਧਾਨ ਸਭਾ ਦੇ ਵਾਸਤੇ ਚੰਡੀਗੜ੍ਹ ਦੇ ਵਿੱਚ ਮੰਗੀ ਜ਼ਮੀਨ ਦਾ ਮੁੱਦਾ ਸੀ, ਰਾਜਸਥਾਨ ਦੇ ਵਾਸਤੇ ਜਿਹੜਾ ਤਕਰੀਬਨ 8,000 ਕਰੋੜ ਰੁਪਈਆ ਲਿਆ ਕੇ ਨਹਿਰ ਪੱਕੀ ਕੀਤੀ ਜਾ ਰਹੀ ਹੈ ਉਸ ਦਾ ਮੁੱਦਾ ਸੀ, SYL ਦਾ ਮੁੱਦਾ ਭਖਿਆ ਹੋਇਆ ਸੀ, ਜਿਹੜੇ ਆਮ ਆਦਮੀ ਪਾਰਟੀ ਦੇ ਵੱਲੋਂ ਰਾਜ ਸਭਾ ਦੇ ਵਿੱਚ ਗੈਰ ਪੰਜਾਬੀ ਮੈਂਬਰ ਜਿਹੜੇ ਭੇਜੇ ਗਏ ਨੇ ਉਹਨਾਂ ਦੇ ਬਾਰੇ ਬਹੁਤ ਵੱਡੀ ਚਰਚਾ ਸੀ, ਔਰ ਕਿਤੇ ਨਾ ਕਿਤੇ ਇੱਕ ਕੋਸ਼ਿਸ਼ ਕੀਤੀ ਗਈ ਕਿ ਜਿੱਥੇ ਜਿੱਥੇ ਵੀ ਪੰਜਾਬੀਆਂ ਨੇ ਜਾਂ ਵਿਰੋਧੀ ਧਿਰ ਨੇ ਆਮ ਆਦਮੀ ਪਾਰਟੀ ਨੂੰ ਇਹਨਾਂ ਮੁੱਦਿਆਂ ਦੇ ਉੱਪਰ ਘੇਰਨਾ ਸੀ, ਉਹਨਾਂ ਸਾਰਿਆਂ ਦਾ ਜਿਹੜਾ ਧਿਆਨ ਆ ਉਹ ਭਟਕਾਉਣ ਦਾ ਯਤਨ ਕੀਤਾ ਗਿਆ। ਪਰ ਪੰਜਾਬ ਦੀ ਕਹਿ ਸਕਦੇ ਹੋ ਕਿ ਇੱਕ ਤਰਾਸਦੀ ਦਾ ਕਾਰਨ ਹੈ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਬਹੁਤ ਛੇਤੀ ਪ੍ਰਕਿਰਿਆ ਕਰਦੇ ਹਾਂ, ਪਰ ਇਸ ਵਾਰੀ ਵੇਖਣ ਦੇ ਵਿੱਚ ਇਹ ਆਇਆ ਕਿ ਪਹਿਲੀ ਜਿਹੜੀ ਕਿਰਿਆ ਹੈ ਉਹ ਆਮ ਆਦਮੀ ਪਾਰਟੀ ਦੇ ਵੱਲੋਂ ਕੀਤੀ ਗਈ, ਔਰ ਦੂਸਰੀ ਗੱਲ ਸੀ ਕਿ ਜੇ ਪ੍ਰਤੀਕਿਰਿਆ ਦੇ ਵਿੱਚ ਇਸ ਵਾਰੀ ਸੋਸ਼ਲ ਮੀਡੀਆ ਦੇ ਉੱਪਰ ਜੁੜੇ ਨੌਜਵਾਨਾਂ ਨੇ ਜਵਾਬ ਵੀ ਦਿੱਤਾ। ਠੀਕ ਹੈ, ਕਿਤੇ ਨਾ ਕਿਤੇ ਉਹਨਾਂ ਦੀ ਸ਼ਬਦਾਵਲੀ ਥੋੜ੍ਹੀ ਹੇਠਲੇ ਪੱਧਰ ਦੇ ਉੱਪਰ ਗਈ, ਪਰ ਉਹਨਾਂ ਨੇ ਤਕਰੀਬਨ ਪਿਛਲੀ ਤਵਾਰੀਖ ਦੇ ਜਿਹੜੇ ਪੱਤਰੇ ਸੀ ਉਹਨਾਂ ਦੇ ਵਿੱਚੋਂ ਛਾਣ ਕੇ ਜਿਹੜੇ ਸੀਗੇ ਉਹ ਜਵਾਬ ਦਿੱਤੇ। ਮੇਰਾ ਕਹਿਣ ਤੋਂ ਭਾਵ ਹੈ ਕਿ ਪੰਜਾਬ ਦੀ ਨੌਜਵਾਨੀ ਇਹਦੇ ਬਾਵਜੂਦ ਵੀ ਜਿਹੜੇ ਪੰਜਾਬ ਦੇ ਮੁੱਦੇ ਨੇ ਉਹਨਾਂ ਤੋਂ ਭਟਕੇ ਨਹੀਂ, ਪਰ ਇਸ ਵਿਵਾਦ ਦੇ ਨਾਲ ਕੁਝ ਸਾਂਝਾਂ ਜਿਹੜੀਆਂ ਨੇ ਰਾਜਨੀਤਿਕ ਧਿਰਾਂ ਦੀਆਂ ਉਹ ਜ਼ਰੂਰ ਨਸ਼ਰ ਹੋਈਆਂ ਨੇ, ਔਰ ਇਹਦੇ ਵਿੱਚ ਜਿਹੜੇ ਪੰਜਾਬ ਦੀ ਰਾਜਨੀਤੀ ਦੀ ਸਮਝ ਰੱਖਣ ਵਾਲੇ ਲੋਕ ਨੇ ਉਹਨਾਂ ਨੂੰ ਕਹਿ ਸਕਦੇ ਹਾਂ ਕਿ ਚਿੱਟੇ ਦਿਨ ਵਾਂਗ ਇਸ ਚੀਜ਼ ਦਾ ਨਿਤਾਰਾ ਹੋ ਗਿਆ ਹੈ ਕਿ ਸੰਘ, ਆਮ ਆਦਮੀ ਪਾਰਟੀ, ਚਾਹੇ ਭਾਜਪਾ ਕਹਿ ਲਈਏ, ਤੇ ਜਾਂ ਫਿਰ ਜਿਹੜੀਆਂ ਖੱਬੇ ਪੱਖੀ ਧਿਰਾਂ ਨੇ ਇਹ ਕੁਝ ਮੁੱਦਿਆਂ ਦੇ ਉੱਪਰ ਬਿਲਕੁਲ ਘਿਓ ਖਿਚੜੀ ਨੇ, ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਦਾ ਚੁੱਕਿਆ ਜਾਂਦਾ ਹੈ, ਖੱਬੇ ਪੱਖੀ ਧਿਰ ਦਾ ਇੱਕ ਘਟੀਆ ਜਿਹਾ ਵਰਕਰ ਸਿਮਰਨਜੀਤ ਸਿੰਘ ਮਾਨ ਹੁਣਾਂ ਦੀ ਪੱਗ ਲਾਉਣ ਦੀ ਗੱਲ ਕਰਦਾ ਹੈ, ਤੇ ਭਾਜਪਾ ਦੀ ਇੱਕ ਵਰਕਰ ਦੇ ਵੱਲੋਂ ਮਾਨ ਸਾਹਿਬ ਦੇ ਉੱਪਰ ਦਿੱਲੀ ਦੇ ਵਿੱਚ ਪਰਚਾ ਦਰਜ ਕਰਵਾਇਆ ਜਾਂਦਾ ਹੈ। ਜਦੋਂ ਤੁਸੀਂ ਇਹਨਾਂ ਸਾਰੀਆਂ ਤੰਦਾਂ ਨੂੰ ਜੋੜ ਕੇ ਵੇਖਣ ਦਾ ਯਤਨ ਕਰੋਗੇ ਤਾਂ ਇਹਨਾਂ ਦੇ ਵਿੱਚੋਂ ਇਹਨਾਂ ਦਾ ਇੱਕੋ ਜ਼ਬਾਨ ਦੇ ਵਿੱਚ ਬੋਲਣਾ ਇੰਜ ਲੱਗਦਾ ਹੈ ਕਿ ਇੱਕ ਬਿੱਲੀ ਜਿਹੜੀ ਹੈ ਉਹ ਥੈਲਿਓਂ ਬਾਹਰ ਆ ਗਈ ਹੈ। ਪਰ ਸਿੱਖ ਨੌਜਵਾਨੀ ਨੂੰ ਵੀ ਇਸ ਸਮੇਂ ਦੁਸ਼ਮਣ ਔਰ ਦੋਸਤ ਦੀ ਜਿਹੜੀ ਪਛਾਣ ਹੈ ਉਹ ਜ਼ਰੂਰ ਹੋਈ ਹੈ ਇਸ ਸਾਰੇ ਵਰਤਾਰੇ ਦੇ ਵਿੱਚ। ਜਿੱਥੋਂ ਤੱਕ ਭਗਤ ਸਿੰਘ ਦਾ ਸਵਾਲ ਹੈ ਉਸ ਬਾਰੇ ਹਰ ਧਿਰ ਨੂੰ ਗਿਆਨ ਹੋਣਾ ਚਾਹੀਦਾ ਹੈ ਕਿ ਰਾਜਸੀ ਧਿਰਾਂ ਭਾਵੇਂ ਵੱਖ-ਵੱਖ ਹੋਣ, ਪਰ ਪੰਜਾਬ ਦੇ ਵਿੱਚ ਦੋ ਵਿਚਾਰਧਾਰਾਵਾਂ ਜਿਹੜੀਆਂ ਨੇ ਇਕਸਾਰ ਵਹਿੰਦੀਆਂ ਨੇ। ਇੱਕ ਤਾਂ ਪੰਥਕ ਧਿਰ ਹੈ ਜਿਸ ਨੂੰ ਕੇਵਲ ਮੈਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲੀ ਪੰਥਕ ਧਿਰ ਨਾ ਸਮਝ ਲੈਣਾ, ਜਿਹੜੀ ਕੇਵਲ ਤੇ ਕੇਵਲ ਪੰਥਕ ਹੋਣ ਦਾ ਵਿਖਾਵਾ ਕਰਦੀ ਹੈ, ਪਰ ਨਹੀਂ, ਜਿਹੜੀਆਂ ਹੋਰ ਪੰਥਕ ਧਿਰਾਂ ਨੇ ਤੇ ਪੰਜਾਬ ਦੇ ਭਵਿੱਖ ਤੇ ਪੰਜਾਬ ਦੇ ਮੁੱਦਿਆਂ ਦੇ ਬਾਰੇ ਬਹੁਤ ਹੀ ਸੰਜੀਦਗੀ ਦੇ ਨਾਲ ਸੋਚਦੀਆਂ ਨੇ,
ਔਰ ਕਹਿ ਸਕਦੇ ਹਾਂ ਕਿ ਉਹ ਜਿਹੜੀਆਂ ਧੁਰ ਅੰਦਰੋਂ ਪੰਥਕ ਧਿਰਾਂ ਨੇ, ਚਾਹੇ ਉਹ ਬੇਸ਼ੱਕ ਛੋਟੇ-ਛੋਟੇ ਧੜਿਆਂ ਦੇ ਵਿੱਚ ਖਿੰਡੀਆਂ ਹੋਈਆਂ ਨੇ, ਪਰ 18ਵੀਂ ਸਦੀ ਦੇ ਸਿੱਖਾਂ ਦੇ ਜਿਹੜੇ ਵਰਤਾਰੇ ਨੇ, ਉਹਨਾਂ ਦੇ ਵਾਂਗ ਉਹਨਾਂ ਨੂੰ ਸਾਂਝੇ ਦੁਸ਼ਮਣ ਦੀ ਜਿਹੜੀ ਹੈ ਨਾ, ਉਹ ਸ਼ਨਾਖਤ ਜ਼ਰੂਰ ਹੋਈ ਹੈ ਔਰ ਉਹ ਉਸ ਪ੍ਰਤੀ ਜਾਗਰੂਕ ਵੀ ਹੋਏ ਨੇ। ਤੇ ਬਿਲਕੁਲ ਇਸ ਤਰ੍ਹਾਂ ਦਾ ਵਰਤਾਰਾ ਲੱਗਦਾ ਜਿਵੇਂ ਵੱਖ-ਵੱਖ ਮਿਸਲਾਂ ਦੇ ਸਿੱਖ ਜਿਹੜੇ ਸੀ, ਉਹ ਵੱਡੇ ਦੁਸ਼ਮਣ ਦੀ ਆਮਦ ਦੇ ਸਮੇਂ ਇਕਮੁੱਠ ਹੋ ਜਾਂਦੇ ਸੀ। ਤਾਂ ਇਸ ਵਾਰੀ ਇਹ ਵਰਤਾਰਾ ਕੇਵਲ ਇਸ ਵਾਰੀ ਨਹੀਂ, ਮੈਂ ਤੇ 26 ਜਨਵਰੀ ਤੋਂ ਵੇਖਦਾ ਆ ਰਿਹਾ, ਜਦੋਂ ਲਾਲ ਕਿਲ੍ਹੇ ਦੇ ਉੱਪਰ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਸੀ। ਤਕਰੀਬਨ ਉਦੋਂ ਤੋਂ ਇਹ ਜਿਹੜੇ ਨੌਜਵਾਨਾਂ ਦੇ ਛੋਟੇ-ਛੋਟੇ ਧੜੇ ਨੇ, ਭਾਵੇਂ ਕਿ ਕਿਤੇ ਨਾ ਕਿਤੇ ਉਹਨਾਂ ਦੀ ਆਪਸ ਦੇ ਵਿੱਚ ਜ਼ਮੀਨੀ ਪੱਧਰ 'ਤੇ ਕੋਈ ਸਾਂਝ ਨਹੀਂ ਹੈਗੀ, ਜਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਛੋਟੇ-ਛੋਟੇ ਮੁੱਦਿਆਂ ਦੇ ਉੱਪਰ ਉਹਨਾਂ ਦੇ ਵਿੱਚ ਥੋੜ੍ਹੇ ਬਹੁਤੇ ਤਫਰਕਾਤ ਵੀ ਹੈਗੇ ਨੇ, ਪਰ ਉਹਨਾਂ ਦੇ ਜਿਹੜਾ ਅਵਚੇਤਨ ਮਨ ਦੇ ਅੰਦਰ ਜਿਹੜੀ ਕਹਿ ਸਕਦੇ ਹੋ ਕਿ ਜਿਹੜਾ ਇੱਕ ਦ੍ਰਿੜ ਨਿਸ਼ਚਾ ਹੈ ਪੰਥ ਦੇ ਪ੍ਰਤੀ, ਔਰ ਉਸ ਦ੍ਰਿੜ ਨਿਸ਼ਚੇ ਦੇ ਵਿੱਚ ਉਹ ਸਮਝਦੇ ਨੇ ਕਿ ਜਿਹੜੀ ਸ਼ਹੀਦੀ ਹੈ ਇਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ, ਇੱਕ ਦਾਤ ਹੈ। ਉਸ ਨੌਜਵਾਨੀ ਦੇ ਮਨ ਅੰਦਰ ਗੁਰੂ ਅਰਜਨ ਸਾਹਿਬ ਤੋਂ ਲੈ ਕੇ 18ਵੀਂ ਸਦੀ, ਉਹਦੇ ਤੋਂ ਬਾਅਦ ਮਾਣਿਆ ਹੋਇਆ ਸਟੇਟਹੁੱਡ, ਉਹਦੇ ਤੋਂ ਬਾਅਦ ਸਿੱਖ ਸੰਘਰਸ਼, ਉਹਦੇ ਤੋਂ ਬਾਅਦ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਸਿੱਖਾਂ ਦੀਆਂ ਸ਼ਹਾਦਤਾਂ, ਤੇ ਉਹਦੇ ਤੋਂ ਬਾਅਦ ਸਿੱਖਾਂ ਦੇ ਨਾਲ ਹੋਇਆ ਵਿਸਾਖਾਤ, ਜਾਂ ਫਿਰ 1984 ਦੇ ਘੱਲੂਘਾਰੇ ਤੋਂ ਬਾਅਦ ਦਾ ਸੰਘਰਸ਼। ਇੱਕ ਬੜੀ ਲੰਮੀ ਤਵਾਰੀਖ ਹੈ ਤੇ ਇੰਜ ਲੱਗਦਾ ਹੈ ਕਿ ਉਸ ਤਵਾਰੀਖ ਜਿਹੜੀ ਉਹਨਾਂ ਦੇ ਹਿਰਦਿਆਂ ਦੇ ਵਿੱਚ ਦਫਨ ਹੈ, ਕਿਤੇ ਨਾ ਕਿਤੇ ਅਵਚੇਤਨ ਦੇ ਵਿੱਚੋਂ ਜਦੋਂ ਪ੍ਰਗਟ ਹੁੰਦੀ ਹੈ ਤਾਂ ਉਹਨਾਂ ਨੂੰ ਇਹ ਮਹਿਸੂਸ ਹੋ ਜਾਂਦਾ ਹੈ ਕਿ ਸ਼ਹੀਦਾਂ ਦੇ ਵਾਸਤੇ ਕਿਸੇ ਸਰਕਾਰੀ ਐਲਾਨ ਜਾਂ ਮਾਨਤਾ ਜਿਹੜੀ ਹੈ ਉਹ ਸਿੱਖ ਧਰਮ ਦੇ ਵਿੱਚ ਇਸ ਗੱਲ ਦੀ ਮੁਹਤਾਜ ਨਹੀਂ ਹੈਗੀ। ਕਿਉਂਕਿ ਜਿਹੜਾ ਸਿੱਖ ਕਹਿ ਸਕਦੇ ਹਾਂ ਕਿ ਨੌਜਵਾਨੀ ਦੇ ਮਨ ਅੰਦਰ ਸੰਗਤੀ ਰੂਪ ਦੇ ਵਿੱਚ ਧੁਰ ਅੰਦਰ ਤੋਂ ਜਿਹੜੀ ਮਿਲੀ ਹੋਈ ਪ੍ਰਵਾਨਗੀ ਹੈ ਨਾ, ਉਹੀ ਸ਼ਹਾਦਤ ਦੀ ਪਰਿਭਾਸ਼ਾ ਹੈ। ਦੂਸਰੀ ਇਹ ਹੈ ਕਿ ਇੱਕ ਹੋਰ ਧਿਰ ਹੈ ਜਿਹੜੀ ਪੰਜਾਬੀਅਤ ਦੇ ਨਾਮ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਰਾਸ਼ਟਰਵਾਦੀ ਢਾਂਚੇ ਦੇ ਵਿੱਚ ਫਿੱਟ ਹੋਣ ਦਾ ਯਤਨ ਕਰਦੀ ਹੈ, ਤੇ ਇਹ ਜਿਹੜੀ ਕਹਿ ਸਕਦੇ ਹੋ ਕਿ ਜਿਹੜੀ ਲੁਕਾਈ ਹੈ, ਜਿਹਦੀ ਮੈਂ ਦੂਸਰੀ ਧਿਰ ਦੀ ਗੱਲ ਕੀਤੀ ਹੈ, ਉਹ ਉਸੇ ਹੀ ਧਾਰਾ ਦੇ ਅਨੁਸਾਰ ਚੱਲਦੇ ਨੇ ਜਾਂ ਉਸੇ ਹੀ ਪ੍ਰਸੰਗ ਦੇ ਅਨੁਸਾਰ ਚੱਲਦੇ ਨੇ, ਜਿਹੜਾ ਪ੍ਰਸੰਗ ਜਿਹੜਾ ਸਟੇਟ ਦੇ ਵੱਲੋਂ ਸਿਰਜਿਆ ਜਾਂਦਾ ਹੈ, ਜਿਹੜਾ ਵਿਦਿਅਕ ਅਦਾਰਿਆਂ ਦੇ ਵਿੱਚ ਸਿਰਜਿਆ ਜਾਂਦਾ ਹੈ, ਜਿਹੜਾ ਖੱਬੇ ਪੱਖੀ ਧਿਰਾਂ ਦੇ ਵੱਲੋਂ ਸਿਰਜਿਆ ਜਾਂਦਾ ਹੈ, ਜਾਂ ਫਿਰ ਯੂਨੀਵਰਸਿਟੀਆਂ ਦੇ ਵਿੱਚ ਬੈਠੇ ਨਾਮਧਾਰੀ ਪ੍ਰੋਫੈਸਰ ਜਿਹੜੇ ਨੇ, ਜਿਹੜੇ ਉਹ ਪ੍ਰਸੰਗ ਨੂੰ ਸਿਰਜਦੇ ਨੇ। ਇੱਕ ਬਹੁਤ ਸਾਰੀ ਪੰਜਾਬੀਅਤ ਦੇ ਨਾਮ ਦੇ ਉੱਪਰ ਰਾਸ਼ਟਰਵਾਦ ਦੇ ਦਾਇਰੇ ਦੇ ਵਿੱਚ ਵਿਚਰਨ ਵਾਲੀ ਉਹ ਜਿਹੜੀ ਲੌਬੀ ਹੈ, ਉਹ ਕਿਤੇ ਨਾ ਕਿਤੇ ਉਹਨਾਂ ਨੂੰ ਮਹਾਤਮਾ ਗਾਂਧੀ ਆਪਣਾ ਆਦਰਸ਼ ਨਜ਼ਰ ਆਉਂਦਾ ਹੈ, ਕਿਤੇ ਉਹ ਭਗਤ ਸਿੰਘ ਨੂੰ ਨਾਇਕ ਮੰਨਦੇ ਨੇ, ਕਿਤੇ ਉਹ ਲਾਲਾ ਲਾਜਪਤ ਰਾਏ ਦੇ ਸੋਹਲੇ ਗਾਉਂਦੇ ਨੇ, ਤੇ ਕਿਤੇ ਹੋਰਾਂ ਦੀ ਵੀ ਇਸੇ ਤਰ੍ਹਾਂ ਦੇ ਨਾਲ ਗਾਹੇ ਬਖਾਏ ਉਹ ਆਪਣਾ ਨਾਇਕ ਸਿੱਧ ਕਰਨ ਦਾ ਯਤਨ ਕਰਦੇ ਰਹਿੰਦੇ ਨੇ। ਇਹਨਾਂ ਦਾ ਜਿਹੜਾ ਉਹ ਮੁਲਾਂਕਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਜਦੋਂ ਅਸੀਂ ਵੇਖਦੇ ਹਾਂ ਤਾਰੀਖ ਦੇ ਵਿੱਚ, ਤਾਂ ਸਿੱਖ ਵਿਚਾਰ ਦੇ ਵਿੱਚ ਤੇ ਇਤਿਹਾਸਕਾਰੀ ਦੇ ਵਿੱਚ ਜਿਹੜੀ ਖਾਸ ਕਰਕੇ ਸ਼ਹੀਦ ਭਗਤ ਸਿੰਘ ਦੇ ਸਮੇਂ ਦੀ ਸਮਕਾਲੀ ਜਿਹੜੀ ਇਤਿਹਾਸਕਾਰੀ ਹੈ ਜਾਂ ਜਿਹੜੇ ਤਾਰੀਖ ਦੇ ਪੰਨੇ ਨੇ, ਉਹਨਾਂ ਦੇ ਵਿੱਚ ਭਗਤ ਸਿੰਘ ਦੀ ਜਿਹੜੀ ਇਹ ਸ਼ਹੀਦੀ ਹੈ ਉਹਦੀ ਕੋਈ ਵਿਸ਼ੇਸ਼ ਜਗ੍ਹਾ ਨਹੀਂ ਬਣੀ, ਔਰ ਉਹਦਾ ਕੁਝ ਕਾਰਨ ਵੀ ਹੈ। ਪਹਿਲੀ ਗੱਲ ਤਾਂ ਇਹ ਕਿ ਉਹਦੇ ਜਿਹੜੇ ਸਮਕਾਲੀ ਨੇ, ਉਹਨਾਂ ਨੇ ਕਿਤੇ ਨਾ ਕਿਤੇ ਸਾਰੇ ਵਰਤਾਰਿਆਂ ਦੀ ਘੋਖ ਕੀਤੀ ਸੀ, ਤੇ ਅੱਜ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਮਕਾਲੀ ਸਰੋਤਾਂ ਦੇ ਵਿੱਚੋਂ ਉਹਨਾਂ ਸਾਰੇ ਵਰਤਾਰਿਆਂ ਦੀ ਘੋਖ ਕਰਨ ਦਾ ਯਤਨ ਜ਼ਰੂਰ ਕਰੀਏ। ਤੇ ਜਦੋਂ ਅਸੀਂ ਗੁਰਦੁਆਰਾ ਸੁਧਾਰ ਲਹਿਰ ਦੇ ਕਰੀਬ ਸਮੇਂ ਦੀ ਗੱਲ ਕਰਦੇ ਹਾਂ, ਜਾਂ ਉਹਦੇ ਤੋਂ ਵੀ ਥੋੜ੍ਹਾ ਪਹਿਲਾਂ ਕਰਦੇ ਹਾਂ, ਤਾਂ ਸਿੱਖਾਂ ਦੇ ਵਾਸਤੇ ਆਰੀਆ ਸਮਾਜ ਜਿਹੜਾ ਇੱਕ ਉਹ ਦੁਸ਼ਮਣ ਜਮਾਤ ਸੀ ਜਿਹੜੀ ਸਟੇਟ ਦੇ ਵੱਲੋਂ ਸਿੱਖੀ ਦੇ ਬਦਲਦੇ ਰੂਪ ਦੇ ਵਿੱਚ ਉਤਾਰੀ ਜਾ ਰਹੀ ਸੀ, ਉਸ ਦਾ ਸਟੇਟ ਦੇ ਵੱਲੋਂ ਉਭਾਰ ਕੀਤਾ ਜਾ ਰਿਹਾ ਸੀ। ਪਰ ਕਿਤੇ ਨਾ ਕਿਤੇ ਉਹਨਾਂ ਦੇ ਵੀ ਮਾਪਦੰਡ ਦੋਹਰੇ ਸਨ। ਕਿਤੇ ਨਾ ਕਿਤੇ ਉਹ ਜਾ ਕੇ ਬ੍ਰਾਹਮਣਵਾਦ ਦੀਆਂ ਮਨੌਤਾਂ ਦੀ, ਭਾਵ ਕਿ ਬੁੱਤ ਪੂਜਾ ਦੀ, ਮੂਰਤਾ ਪੂਜਾ ਦੀ ਉਹ ਵਿਰੋਧਤਾ ਕਰਦੇ ਸੀ। ਪਰ ਜੇਕਰ ਦਰਬਾਰ ਸਾਹਿਬ ਦੇ ਵਿੱਚੋਂ ਮੂਰਤੀਆਂ ਹਟਾਈਆਂ ਜਾਂਦੀਆਂ ਨੇ ਤਾਂ ਉਹ ਇੱਕਦਮ ਉਹਦੇ ਵਿਰੋਧ ਦੇ ਵਿੱਚ ਆ ਜਾਂਦੇ ਨੇ। ਇਸੇ ਤਰ੍ਹਾਂ ਦੇ ਨਾਲ ਜਦੋਂ ਵੀ ਸਿੱਖ ਕੌਮੀਅਤ ਦੇ ਨਾਲ ਸੰਬੰਧਿਤ ਕੋਈ ਮੁੱਦਾ ਜਨਮ ਲੈਂਦਾ ਹੈ ਤੇ ਉਹ ਧਿਰ ਉਸੇ ਵੇਲੇ ਵਿਰੋਧ ਦੇ ਵਿੱਚ ਆ ਜਾਂਦੀ ਹੈ। ਹੁਣ ਜਦੋਂ ਸਮਕਾਲੀ ਸਰੋਤਾਂ ਦੇ ਆਧਾਰ ਦੇ ਉੱਪਰ ਭਗਤ ਸਿੰਘ ਦੇ ਪਰਿਵਾਰ ਦੇ ਪਿਛੋਕੜ ਦਾ ਅਧਿਐਨ ਕੀਤਾ ਜਾਂਦਾ ਹੈ ਤੇ ਉਹ ਆਪਣੇ ਆਪ ਦੇ ਵਿੱਚ ਕੱਟੜ ਆਰੀਆ ਸਮਾਜੀ ਨੇ, ਤੇ ਉਹਨਾਂ ਸਮਿਆਂ ਦੇ ਵਿੱਚ ਆਰੀਆ ਸਮਾਜੀ ਜਿਹੜੇ ਨੇ
ਉਹ ਸਿੱਖ ਧਰਮ ਦੀ ਮੁੱਖ ਵਿਰੋਧੀ ਲਹਿਰ ਨੇ, ਕਿਉਂਕਿ ਹਰ ਜਗ੍ਹਾ ਦੇ ਉੱਪਰ ਉਹਨਾਂ ਨੇ ਕਿਤੇ ਨਾ ਕਿਤੇ ਸਿੱਖ ਧਰਮ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ। ਜੇਕਰ ਤੁਸੀਂ ਹੋਰ ਵਿਸਥਾਰ ਦੇ ਵਿੱਚ ਵੇਖਣਾ ਹੋਵੇ ਤੇ ਗਿਆਨੀ ਦਿੱਤ ਸਿੰਘ ਹੁਣਾਂ ਦੇ ਨਾਲ ਜਿਹੜੀ ਸਵਾਮੀ ਦਇਆਨੰਦ ਦੀ ਚਰਚਾ ਹੈ, ਉਹ ਤੁਸੀਂ ਸਾਰੀ ਵੇਖ ਵੀ ਸਕਦੇ ਹੋ। ਮੇਰਾ ਇੱਕ ਲੈਕਚਰ ਉਹਦੇ ਉੱਪਰ YouTube ਦੇ ਉੱਪਰ ਪਿਆ ਹੈ, ਉਹਨੂੰ ਸੁਣ ਵੀ ਸਕਦੇ ਹੋ, ਤੇ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਉਸ ਦਾ ਜ਼ਿਕਰ ਹੈ, ਤੁਸੀਂ ਉਹਨੂੰ ਵੀ ਸਮਝ ਸਕਦੇ ਹੋ। ਆਰੀਆ ਸਮਾਜ ਸਿੱਖਾਂ ਦੇ ਉੱਪਰ ਜਿਸ ਤਰ੍ਹਾਂ ਦੇ ਨਾਲ ਬੌਧਿਕ ਹਮਲੇ ਕਰ ਰਿਹਾ ਸੀ ਤੇ ਜਿਸ ਤਰ੍ਹਾਂ ਦਾ ਸਿੱਖਾਂ ਪ੍ਰਤੀ ਨਜ਼ਰੀਆ ਸੀ, ਜਿਸ ਤਰ੍ਹਾਂ ਦੇ ਨਾਲ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਵੇਦਾਂ ਦੀ ਵਿਚਾਰਧਾਰਾ ਦਾ ਤੱਤ ਸਰੂਪ ਮੰਨਦੇ ਸਨ, ਸਿੱਖਾਂ ਨੂੰ ਹਿੰਦੂ ਧਰਮ ਦਾ ਇੱਕ ਹਿੱਸਾ ਮੰਨਦੇ ਸਨ, ਤੇ ਗੁਰੂ ਸਾਹਿਬਾਨ ਪ੍ਰਤੀ ਅਨਪੜ੍ਹ ਤੋਂ ਲੈ ਕੇ ਹੋਰ ਕਈ ਲਫ਼ਜ਼ਾਂ ਦੇ ਵਿੱਚ ਜਿਸ ਤਰ੍ਹਾਂ ਦੀ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਸੀ, ਜੇ ਉਹਨੂੰ ਲਾਂਭੇ ਰੱਖ ਕੇ ਵੀ ਗੱਲ ਕਰੀਏ ਤੇ ਜਿਸ ਤਰ੍ਹਾਂ ਦੇ ਨਾਲ ਉਹ ਗੁਰਮੁਖੀ ਲਿਪੀ ਦੇ ਨਾਲ ਨਫ਼ਰਤ ਕਰਦੇ ਸਨ, ਉਹ ਸਾਰੀ ਜਿਹੜੀ ਕਹਿ ਸਕਦੇ ਹੋ ਕਿ ਸੋਚ, ਉਹ ਭਗਤ ਸਿੰਘ ਦੇ ਵਡੇਰਿਆਂ ਦੇ ਪਰਿਵਾਰ ਦੇ ਵਿੱਚ ਸੀ, ਜਿਹੜਾ ਤੁਹਾਨੂੰ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਇਸ ਦਾ ਜ਼ਿਕਰ ਮਿਲ ਜਾਵੇਗਾ। ਸੋ ਕਿਤੇ ਨਾ ਕਿਤੇ ਜੋ ਕਹਿ ਸਕਦੇ ਹੋ ਕਿ ਪੁਸ਼ਤਾਂ ਤੋਂ ਦਰ ਬਦਰ ਤੁਹਾਡੇ ਤੁਰਿਆ ਆ ਰਿਹਾ ਹੁੰਦਾ ਹੈ, ਉਹਦਾ ਅਸਰ ਤੁਹਾਡੀ ਮਾਨਸਿਕਤਾ ਦੇ ਉੱਪਰ ਜ਼ਰੂਰ ਹੁੰਦਾ ਹੈ, ਤੇ ਭਗਤ ਸਿੰਘ ਦੇ ਮਨ ਦੇ ਉੱਪਰ ਵੀ ਇਸ ਵਿਚਾਰਧਾਰਾ ਦਾ ਅਸਰ ਜ਼ਰੂਰ ਸੀ। ਦੂਸਰੀ ਗੱਲ ਹੈ ਕਿ ਸਿੱਖਾਂ ਦੇ ਵਿੱਚ ਜਾਤ ਪਾਤ ਦੀ ਕੋਈ ਜਗ੍ਹਾ ਨਹੀਂ, ਭਾਵੇਂ ਕਿ ਹੁਣ ਤੇ ਮੈਂ ਵੀ ਮੰਨਦਾ ਹਾਂ ਕਿ ਬਹੁਤ ਥਾਵਾਂ ਦੇ ਉੱਪਰ ਸਿੱਖ ਜਿਹੜੇ ਨੇ ਉਹ ਜਾਤੀ ਵਿਤਕਰਾ ਕਰਦੇ ਨੇ, ਇਸ ਗੱਲ ਤੋਂ ਕਹਿ ਸਕਦੇ ਹੋ ਕਿ ਤੁਸੀਂ ਇਨਕਾਰ ਨਹੀਂ ਕਰ ਸਕਦੇ, ਪਰ ਅਸੀਂ ਧਰਮ ਦੀਆਂ ਮਰਿਆਦਾ ਦੇ ਦਾਇਰੇ 'ਚ ਜੇਕਰ ਵੇਖੀਏ ਤੇ ਸਿੱਖਾਂ ਦੇ ਵਿੱਚ ਜਾਤ ਪਾਤ ਵਾਸਤੇ ਕੋਈ ਜਗ੍ਹਾ ਨਹੀਂ। ਦੂਜੇ ਪਾਸੇ ਜਿਹੜੇ ਅੰਗਰੇਜ਼ ਭਾਰਤ ਨੂੰ ਛੱਡ ਕੇ ਜਾ ਰਹੇ ਸੀ, ਭਾਵ ਕਿ ਉਹਨਾਂ ਦਾ ਸੂਰਜ ਜਿਹੜਾ ਕਦੀ ਇਹ ਕਿਹਾ ਜਾਂਦਾ ਸੀ ਕਿ ਅੰਗਰੇਜ਼ ਦੇ ਰਾਜ ਦੇ ਵਿੱਚ ਉਹਨਾਂ ਦਾ ਸੂਰਜ ਨਹੀਂ ਡੁੱਬਦਾ, ਉਹ ਜਿਹੜਾ ਸੂਰਜ ਆ ਉਹ ਅਸਤ ਹੋ ਰਿਹਾ ਸੀ। ਤੇ ਕਿਤੇ ਨਾ ਕਿਤੇ ਉਹ ਸਾਰੇ ਲੋਕਾਂ ਨੂੰ ਨੁਮਾਇੰਦਗੀ ਦੇ ਕੇ ਇੱਕ ਫੈਡਰਲ ਢਾਂਚਾ ਜਿਹੜਾ ਉਹ ਸਿਰਜ ਕੇ ਇੱਥੋਂ ਜਾਣਾ ਚਾਹੁੰਦੇ ਸੀ, ਔਰ ਇਸੇ ਵਾਸਤੇ ਕਹਿ ਸਕਦੇ ਹੋ ਕਿ ਇਸੇ ਹੀ ਸਾਰੀ ਜਾਂਚ ਦੀ ਪ੍ਰਕਿਰਿਆ ਦੇ ਵਾਸਤੇ ਸਾਈਮਨ ਕਮਿਸ਼ਨ ਜਿਹੜਾ ਸੀਗਾ ਉਹ ਹਿੰਦੁਸਤਾਨ ਦੇ ਵਿੱਚ ਆਇਆ, ਜਿਹਦੇ ਵਿੱਚ ਇਹ ਸੀ ਕਿ ਸਾਰੀਆਂ ਜਾਤੀਆਂ ਦੇ ਅਧਿਕਾਰ ਜਿਹੜੇ ਨਾ ਉਹਨਾਂ ਦੇ ਨਿਯਤ ਕਰਨ ਦਾ ਜਿਹੜਾ ਉਹ ਸਰਵੇਖਣ ਕੀਤਾ ਜਾਵੇ। ਆਰੀਆ ਸਮਾਜੀਆਂ ਨੇ ਤੇ ਉੱਚ ਜਾਤੀਆਂ ਨੇ ਉਹਦੀ ਡਟ ਕੇ ਵਿਰੋਧਤਾ ਕੀਤੀ, ਜਦੋਂ ਕਿ ਸਿੱਖਾਂ ਨੇ ਉਸ ਦੀ ਵਿਰੋਧਤਾ ਨਹੀਂ ਕੀਤੀ, ਕਿਉਂਕਿ ਸਿੱਖਾਂ ਨੂੰ ਇੰਜ ਲੱਗਦਾ ਸੀ ਕਿ ਇਹਦੀ ਆਮਦ ਦੇ ਨਾਲ ਇੱਕ ਚੰਗੇ ਫੈਡਰਲ ਸਟਰਕਚਰ ਦੀ ਘਾਟ ਘੜੀ ਜਾਵੇਗੀ, ਤਾਂ ਕਿਤੇ ਨਾ ਕਿਤੇ ਜਿਹੜੇ ਸਿੱਖ ਨੇ ਉਹ ਵੀ ਸ਼ਾਇਦ ਜਿਹੜੀਆਂ ਦਿੱਤੀਆਂ ਹੋਈਆਂ ਇੰਨੀਆਂ ਸ਼ਹਾਦਤਾਂ ਨੇ ਉਹਦੇ ਤੋਂ ਬਾਅਦ ਮਿਲੀ ਆਜ਼ਾਦੀ ਜਿਹੜੀ ਹੈ ਉਹਦਾ ਨਿੱਘ ਮਾਣ ਸਕਣ। ਤੇ ਭਗਤ ਸਿੰਘ ਦਾ ਪਰਿਵਾਰ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਵਿਚਾਰਧਾਰਾਵਾਂ ਵਾਲੇ ਲੋਕਾਂ ਦੇ ਨਾਲ ਜੁੜਿਆ ਹੋਇਆ ਸੀ ਜਿਹੜੇ ਉਸ ਸਾਈਮਨ ਕਮਿਸ਼ਨ ਦਾ ਵਿਰੋਧ ਕਰਨ ਵਾਲੇ ਸਨ। ਲਾਲਾ ਲਾਜਪਤ ਰਾਏ ਪ੍ਰਮੁੱਖ ਸੀ, ਔਰ ਬਹੁਤ ਇਤਿਹਾਸ ਦੇ ਵਿੱਚ ਖਾਸ ਕਰਕੇ ਕਿਤਾਬਾਂ ਦੇ ਵਿੱਚ ਬਚਪਨ ਤੋਂ ਲੈ ਕੇ ਯੂਨੀਵਰਸਿਟੀ ਤੱਕ ਜੋ ਪੜ੍ਹਾਇਆ ਜਾਂਦਾ ਹੈ, ਇਹੀ ਪੜ੍ਹਾਇਆ ਜਾਂਦਾ ਹੈ ਕਿ ਲਾਲਾ ਲਾਜਪਤ ਰਾਏ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਅਰੇ ਲਾਉਣ ਵਾਸਤੇ ਗਏ ਸੀ ਤੇ ਉਹਨਾਂ ਨੂੰ ਇੱਕ ਅੰਗਰੇਜ਼ ਅਫਸਰ ਨੇ ਕੁੱਟਿਆ ਤੇ ਉਹਨਾਂ ਦੀ ਮੌਤ ਹੋ ਗਈ। ਦਰਅਸਲ ਜਦੋਂ ਸਾਰੀ ਇਸ ਸੱਚਾਈ ਨੂੰ ਵੇਖਦੇ ਹਾਂ ਤਾਂ ਫਿਰ ਬੜਾ ਸਪਸ਼ਟ ਹੈ ਕਿ ਲਾਲਾ ਲਾਜਪਤ ਰਾਏ ਦੀ ਮੌਤ ਹਸਪਤਾਲ ਦੇ ਵਿੱਚ ਬਿਮਾਰੀ ਦੇ ਕਾਰਨ ਹੋਈ, ਨਾ ਕਿ ਕਿਸੇ ਆਫੀਸਰ ਦੀਆਂ ਸੋਟੀਆਂ ਵੱਜਣ ਦੇ ਨਾਲ। ਦੂਸਰੀ ਗੱਲ ਕਿ ਜਿਸ ਦੇ ਉੱਪਰ ਦੋਸ਼ ਲਾਇਆ ਗਿਆ, ਜਿਸ ਅੰਗਰੇਜ਼ ਆਫੀਸਰ ਦੀ ਜ਼ਿੰਮੇਵਾਰੀ ਸੀ ਮਿਸਟਰ ਸਕਾਟ ਦੀ ਕਿ ਉਸ ਨੇ ਸਾਈਮਨ ਕਮਿਸ਼ਨ ਦੀ ਆਮਦ ਦੇ ਵਿਰੋਧ ਦੇ ਵਿੱਚ ਹੋਣ ਵਾਲੇ ਮੁਜ਼ਾਹਰੇ ਨੂੰ ਰੋਕਣਾ, ਉਹ ਮਿਸਟਰ ਸਕਾਟ ਸੀ। ਤੇ ਭਗਤ ਸਿੰਘ ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੇ ਵਾਸਤੇ ਮਿਸਟਰ ਸਕਾਟ ਦੀ ਜਗ੍ਹਾ ਸਾਂਡਰਸ ਜਿਹੜਾ ਸੀ ਉਹਦਾ ਕਤਲ ਕਰ ਦਿੱਤਾ। ਹੁਣ ਜਦੋਂ ਸਾਂਡਰਸ ਦਾ ਕਤਲ ਹੁੰਦਾ ਹੈ ਤੇ ਇੱਕ ਗੱਲ ਵੇਖਣ ਵਾਲੀ ਬੜੀ ਜ਼ਰੂਰੀ ਹੈ, ਜੇਕਰ ਤੁਸੀਂ ਵਿਸਥਾਰ ਦੇ ਵਿੱਚ ਪੜ੍ਹਨੀ ਹੋਵੇ ਤਾਂ ਸਰਦਾਰ ਕਪੂਰ ਸਿੰਘ ਹੁਣਾਂ ਦੀ ਕਿਤਾਬ ਸਾਚੀ ਸਾਖੀ ਦੇ ਵਿੱਚ ਪੜ੍ਹੀ ਜਾ ਸਕਦੀ ਹੈ, ਜਦੋਂ ਕਹਿੰਦੇ ਨੇ ਕਿ ਇੱਕ ਦਿੱਲੀ ਤੋਂ ਆਈ ਹੋਈ ਜਿਹੜੀ ਲੀਡਰ ਸੀ, ਸ਼ਾਇਦ ਸਰਲਾ ਦੇਵੀ ਉਸ ਦਾ ਨਾਂ ਆ, ਕਿ ਉਹ ਤਾਂ ਨਾਅਰਾ ਲਾ ਕੇ ਚਲੀ ਗਈ ਕਿ ਕੀ ਪੰਜਾਬ ਦੇ ਨੌਜਵਾਨ ਇੰਨੇ ਹੀ ਨਪੁੰਸਕ ਹੋ ਚੁੱਕੇ ਨੇ ਕਿ ਇੱਕ ਸ਼ਹੀਦ ਦਾ ਬਦਲਾ ਨਹੀਂ ਲੈ ਸਕਦੇ। ਤੇ ਜਿਹੜਾ ਉਹ ਨੌਜਵਾਨ ਸੀ, ਮੈਂ ਭਗਤ ਸਿੰਘ ਦੀ ਗੱਲ ਕਰ ਰਿਹਾ, ਉਹਦੇ ਅੰਦਰ ਉਹ ਰੋਹ ਜਾਗ ਗਿਆ। ਖੈਰ ਸਕਾਟ ਦੀ ਜਗ੍ਹਾ ਸਾਂਡਰਸ ਮਾਰ ਦਿੱਤਾ ਗਿਆ, ਤੇ ਜਿਹੜਾ ਉਸ ਨੂੰ ਮਾਰਨ ਦੇ ਉੱਪਰ ਕਹਿ ਸਕਦੇ ਹੋ ਕਿ ਜਿਹਨੂੰ ਜਸਟੀਫਿਕੇਸ਼ਨ ਕਹਿ ਸਕਦੇ ਹਾਂ, ਉਹ ਵੀ ਇਹ ਦਿੱਤੀ ਕਿ ਬੇਸ਼ੱਕ ਸਕਾਟ ਦੀ ਜਗ੍ਹਾ ਸਾਂਡਰਸ ਮਾਰਿਆ ਗਿਆ, ਪਰ ਉਹ ਵੀ ਉਸੇ ਹਕੂਮਤ ਦਾ ਇੱਕ ਹੱਥ ਠੋਕਾ ਸੀ। ਹੁਣ ਮੈਂ ਖੱਬੇ ਪੱਖੀਆਂ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿ ਪਿੱਛੇ ਜੇ SYL ਦਾ ਜਦੋਂ ਮੁੱਦਾ ਉੱਭਰਿਆ, ਖਾਸ ਕਰਕੇ ਸਿੱਧੂ ਮੂਸੇਵਾਲੇ ਦੇ ਗਾਣੇ ਤੋਂ ਬਾਅਦ, ਉਸ ਤੋਂ ਬਾਅਦ ਜਦੋਂ ਸਰਦਾਰ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਅਜਾਇਬ ਘਰ ਦੇ ਵਿੱਚ ਲਾਉਣ ਦੀ ਗੱਲ ਚੱਲੀ ਤਾਂ ਬਹੁਤ ਸਾਰੇ ਖੱਬੇ ਪੱਖੀਆਂ ਨੇ ਵਿਰੋਧਤਾ ਕੀਤੀ।
ਹੁਣ ਜੇਕਰ ਤੁਸੀਂ ਇਹਦੇ ਨਾਲ ਮਿਲਾ ਕੇ ਵੇਖੋ ਤਾਂ ਉਸ ਵੇਲੇ SYL ਦਾ ਜਿਹੜਾ ਮੁੱਖ ਇੰਜੀਨੀਅਰ ਆ ਉਹ ਵੀ ਤਾਂ ਉਸੇ ਹੀ ਸਟੇਟ ਦਾ ਇੱਕ ਕਰਿੰਦਾ ਸੀ ਨਾ, ਜਿਹੜਾ ਕਿ ਖਾਸ ਕਰਕੇ ਜ਼ਿਆਦਾ ਜ਼ਿੰਮੇਵਾਰ ਸੀ। ਹਾਲਾਂਕਿ ਸੌਂਡਰਸ ਉਹਨਾਂ ਜ਼ਿੰਮੇਵਾਰ ਨਹੀਂ ਸੀ, ਇੰਜੀਨੀਅਰ ਜ਼ਿਆਦਾ ਜ਼ਿੰਮੇਵਾਰ ਸੀ, ਜਿਹੜਾ ਇੱਕ ਸੂਬੇ ਦੇ ਹੱਕਾਂ ਦੇ ਨਾਲ ਅਣਦੇਖੀ ਕਰ ਰਿਹਾ ਸੀ। ਪਰ ਜੋ ਕੁਝ ਕਹਿ ਸਕਦੇ ਹਾਂ ਕਿ ਸਟੇਟ ਸਾਨੂੰ ਪੜ੍ਹਾਉਣਾ ਚਾਹੁੰਦੀ ਹੈ, ਉਸ ਦੇ ਰਾਸ਼ਟਰਵਾਦੀ ਦਾਇਰੇ ਦੇ ਵਿੱਚ ਉਹੀ ਸਭ ਕੁਝ ਜਿਹੜਾ ਉਹ ਸਿੱਖਾਂ ਨੂੰ ਜਿਹੜਾ ਉਹ ਪੜ੍ਹਾਇਆ ਜਾਂਦਾ ਹੈ। ਹੁਣ ਜਦੋਂ ਸਿੱਖਾਂ ਦੀ ਸ਼ਹਾਦਤਾਂ ਦੀ ਗੱਲ ਆਉਂਦੀ ਹੈ ਤਾਂ ਉਹਦੇ ਵਿੱਚ ਅਕੈਡਮਿਕ ਲੈਵਲ 'ਤੇ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਸਰਦਾਰ ਕਰਤਾਰ ਸਿੰਘ ਸਰਾਭਾ, ਸਰਦਾਰ ਊਧਮ ਸਿੰਘ ਜਾਂ ਫਿਰ ਗਦਰੀ ਬਾਬੇ, ਇਹਨਾਂ ਦੇ ਬਾਰੇ ਕੋਈ ਗੱਲ ਨਹੀਂ ਚੁਣੀ ਜਾਂਦੀ ਤੇ ਕਿਤੇ ਨਾ ਕਿਤੇ ਕੇਵਲ ਤੇ ਕੇਵਲ ਭਗਤ ਸਿੰਘ ਹੁਣਾਂ ਦੇ ਬਾਰੇ ਪੜ੍ਹਾਇਆ ਜਾਂਦਾ ਹੈ। ਸੋ ਭਗਤ ਸਿੰਘ ਹੁਣਾਂ ਦੇ ਨਾਲ ਸਾਡੀ ਕੋਈ ਨਿੱਜੀ ਵਿਰੋਧਤਾ ਤਾਂ ਹੈ ਹੀ ਨਹੀਂ, ਨਾ ਤਾਂ ਕੋਈ ਜ਼ਮੀਨ ਦਾ ਝਗੜਾ ਹੈ ਤੇ ਨਾ ਕੋਈ ਨਿੱਜੀ ਝਗੜਾ। ਗੱਲ ਤੇ ਕੇਵਲ ਇੰਨੀ ਹੈ ਕਿ ਇੱਕ ਵਿਚਾਰਧਾਰਾ ਦੀ, ਔਰ ਉਸੇ ਵਿਚਾਰਧਾਰਾ ਦੇ ਉੱਪਰ ਹੀ ਅਸੀਂ ਚਰਚਾ ਕਰਦੇ ਹਾਂ ਕਿ ਜਿਹੜੀ ਭਗਤ ਸਿੰਘ ਜਾਂ ਉਹਦੇ ਪਰਿਵਾਰ ਦੀ ਵਿਚਾਰਧਾਰਾ ਸੀ ਉਹ ਗੁਰਮਤਿ ਦਾਇਰੇ ਦੇ ਅਨੁਕੂਲ ਨਹੀਂ ਸੀ। ਇਸ ਕਰਕੇ ਜਿਹੜੇ ਗੁਰਮਤਿ ਦਾਇਰੇ ਦੇ ਅਨੁਕੂਲ ਵਿਚਾਰਧਾਰਾ ਵਾਲੀਆਂ ਲਹਿਰਾਂ ਸੀ, ਉਹਨਾਂ ਨੂੰ ਕਿਤੇ ਵੀ ਸਟੇਟ ਦੇ ਵੱਲੋਂ ਜਾਂ ਹਕੂਮਤ ਦੇ ਵੱਲੋਂ ਆਪਣੇ ਸਿਲੇਬਸ ਦੇ ਵਿੱਚ ਸਕੂਲ ਤੋਂ ਲੈ ਕੇ ਯੂਨੀਵਰਸਿਟੀ ਤੱਕ ਕਿਤੇ ਜਗ੍ਹਾ ਨਹੀਂ ਦਿੱਤੀ ਗਈ। ਔਰ ਮੇਰੇ ਖਿਆਲ ਦੇ ਨਾਲ ਜੇਕਰ 20 ਸਾਲ ਪਿੱਛੇ ਚਲੇ ਜਾਈਏ ਤਾਂ ਗਦਰੀ ਬਾਬਿਆਂ ਦੇ ਬਾਰੇ ਵੀ ਜਿੰਨੇ ਖੱਬੇ ਪੱਖੀ ਰਾਈਟਰ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਕਾਮਰੇਡ ਜਾਂ ਲੈਫਟਿਸਟ ਸਿੱਧ ਕਰਨ ਦੇ ਯਤਨ ਦੇ ਵਿੱਚ ਰਹੇ, ਜਦੋਂ ਕਿ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਅੰਮ੍ਰਿਤਧਾਰੀ ਸਨ, ਬਾਬੇ ਵਿਸਾਖਾ ਸਿੰਘ ਜੀ, ਭਕਨਾ ਸਾਹਿਬ, ਹੋਰ ਵੀ ਬਹੁਤ ਸਾਰੇ, ਔਰ ਉਹ ਪੂਰਨ ਗੁਰਸਿੱਖ ਸਨ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਜਦੋਂ ਹੁਣ ਉਹਨਾਂ ਦੇ ਬਾਰੇ ਅਸਲ ਜਾਣਕਾਰੀ ਸਾਹਮਣੇ ਆਈ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਨੌਜਵਾਨ ਦੇ ਮਨ ਦੇ ਵਿੱਚ, ਜਿਹੜਾ ਖਾਸ ਕਰਕੇ ਸੰਜੀਦਗੀ ਦੇ ਨਾਲ ਇਹਨਾਂ ਵਰਤਾਰਿਆਂ ਦਾ ਚਿੰਤਨ ਕਰਦਾ ਹੈ, ਉਹਦੇ ਮਨ ਦੇ ਅੰਦਰ ਇਹ ਗੱਲ ਜ਼ਰੂਰ ਖੜਕੀ ਕਿ ਜਿਨ੍ਹਾਂ ਨੇ ਸੱਚਮੁੱਚ ਸ਼ਹਾਦਤਾਂ ਦਿੱਤੀਆਂ ਨੇ ਤੇ ਇਸ ਦੇਸ਼ ਦੀ ਆਜ਼ਾਦੀ ਦੇ ਵਾਸਤੇ ਦਿੱਤੀਆਂ ਨੇ, ਉਹਨਾਂ ਦਾ ਜ਼ਿਕਰ ਤਾਂ ਕਿਸੇ ਅਕੈਡਮਿਕ ਇੰਸਟੀਟਿਊਸ਼ਨ ਦੇ ਵਿੱਚ ਨਹੀਂ ਕੀਤਾ ਜਾਂਦਾ ਤੇ ਕੇਵਲ ਭਗਤ ਸਿੰਘ ਦਾ ਜ਼ਿਕਰ ਕਿਉਂ ਕੀਤਾ ਜਾਂਦਾ ਹੈ? ਉਹਦਾ ਕਾਰਨ ਹੈ ਕਿ ਭਗਤ ਸਿੰਘ ਜਿਹੜਾ ਉਹ ਆਰੀਆ ਸਮਾਜੀ ਵਿਚਾਰਧਾਰਾ ਨਾਲ ਜੁੜਿਆ ਹੋਣ ਕਰਕੇ ਉਹਨਾਂ ਦੇ ਰਾਸ਼ਟਰਵਾਦੀ ਦਾਇਰੇ ਦੇ ਵਿੱਚ ਫਿੱਟ ਬੈਠਦਾ ਹੈ। ਹਾਲਾਂਕਿ ਰਾਜਵਿੰਦਰ ਸਿੰਘ ਰਾਹੀ ਹੁਣਾਂ ਨੇ ਇੱਕ ਬੜੀ ਪਿਆਰੀ ਗੱਲ ਲਿਖੀ ਕਿ ਜੇਕਰ ਤੁਸੀਂ ਬਾਕੀ ਗਦਰੀਆਂ ਦੀ ਜਾਂ ਸੁਤੰਤਰਤਾ ਸੰਗਰਾਮੀਆਂ ਦੀ ਜਿਹੜੀ ਕਹਿ ਸਕਦੇ ਹੋ ਕਿ ਫਾਂਸੀ ਦੀ ਸਜ਼ਾ ਹੁੰਦੀ ਹੈ ਜਾਂ ਜੇਲ੍ਹ ਦੀ ਸਜ਼ਾ ਹੁੰਦੀ ਹੈ, ਜੇਕਰ ਉਹਨਾਂ ਮੁਕੱਦਮਿਆਂ ਵੱਲ ਝਾਤੀ ਮਾਰੋ ਤਾਂ ਉਹ ਸਟੇਟ ਦੇ ਖਿਲਾਫ ਨੇ, ਜਦੋਂ ਕਿ ਭਗਤ ਸਿੰਘ ਦੇ ਉੱਪਰ ਜਿਹੜਾ ਮੁਕੱਦਮਾ ਚੱਲ ਰਿਹਾ ਉਹ ਇੱਕ ਅੰਗਰੇਜ਼ ਅਫਸਰ ਨੂੰ ਮਾਰਨ ਦਾ ਚੱਲ ਰਿਹਾ। ਦੂਸਰਾ ਜਿਹੜਾ ਮੁਕੱਦਮਾ ਹੈ ਉਹ ਹੈ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦਾ, ਜਿਹਦੇ ਬਾਰੇ ਰਾਹੀ ਸਾਹਿਬ ਨੇ ਸਪਸ਼ਟ ਕੀਤਾ ਹੈ ਕਿ ਉਹਦੇ ਵਿੱਚ ਕੋਈ ਬਹੁਤ ਵੱਡੀ ਸਜ਼ਾ ਜਿਹੜੀ ਨਹੀਂ ਸੀ ਹੋ ਸਕਦੀ। ਸੋ ਕਹਿਣ ਦੀ ਗੱਲ ਇਹ ਹੈ ਕਿ ਜਿਹੜਾ ਭਗਤ ਸਿੰਘ ਦੀ ਵਿਚਾਰਧਾਰਾ ਹੈ, ਸਾਡੀ ਵਿਰੋਧਤਾ ਉਹਦੇ ਨਾਲ ਹੈ, ਨਾ ਕਿ ਭਗਤ ਸਿੰਘ ਦੇ ਨਾਲ, ਕਿਉਂਕਿ ਜਿਹੜਾ ਦੁਨੀਆ ਤੋਂ ਜਾ ਚੁੱਕਾ ਤੁਸੀਂ ਉਹਦੀ ਵਿਰੋਧਤਾ ਕਰਕੇ ਕੀ ਲੈਣਾ। ਪਰ ਗੱਲ ਇਹ ਹੈ ਕਿ ਜਿਹੜੀ ਉਹਦੀ ਵਿਚਾਰਧਾਰਾ ਹੈ ਉਹ ਕਿਤੇ ਨਾ ਕਿਤੇ ਸਿੱਖ ਸੰਘਰਸ਼ ਦੇ ਵਿੱਚ ਨਹੀਂ ਸਮਾ ਸਕਦੀ ਤੇ ਖੱਬੇ ਪੱਖੀ ਧਿਰਾਂ ਕਦੀ ਗਦਰੀ ਬਾਬਿਆਂ ਨੂੰ ਜਾਂ ਫਿਰ ਹੋਰ ਧਿਰਾਂ ਨੂੰ ਆਪਣੇ ਨਾਇਕ ਸਿੱਧ ਕਰਨ ਦੇ ਵਿੱਚ ਯਤਨ ਤਾਂ ਕਰਦੀਆਂ ਨੇ, ਪਰ ਜਦੋਂ ਸਿੱਖ ਵਿਦਵਾਨ ਉਹਨਾਂ ਦੀਆਂ ਪਰਤਾਂ ਖੋਲ੍ਹ ਕੇ ਦੱਸਦੇ ਨੇ ਤਾਂ ਫਿਰ ਕਿਤੇ ਨਾ ਕਿਤੇ ਨੌਜਵਾਨੀ ਦੇ ਸਾਹਮਣੇ ਜਿਹੜਾ ਸਾਰਾ ਸੱਚ ਹੈ ਉਹ ਆ ਜਾਂਦਾ ਹੈ ਕਿ ਚਾਹੇ ਸਰਦਾਰ ਕਰਤਾਰ ਸਿੰਘ ਸਰਾਭਾ, ਚਾਹੇ ਊਧਮ ਸਿੰਘ ਜੀ, ਜਿਨ੍ਹਾਂ ਦੀ ਬੱਬਰ ਅਕਾਲੀ ਲਹਿਰ ਦੇ ਨਾਲ ਕਿਵੇਂ ਦੀ ਸਾਂਝ ਸੀ, ਕਿਵੇਂ ਦੇ ਸਬੰਧ ਸਨ, ਜਾਂ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਜਲਿਆਂਵਾਲੇ ਬਾਗ ਦਾ ਬਦਲਾ ਲਿਆ, ਜਦੋਂ ਉਹ ਨਵੀਂ ਰੌਸ਼ਨੀ ਦੇ ਵਿੱਚ ਇਸ ਸਾਰੇ ਦਾ ਅਧਿਐਨ ਕਰਦੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਸਪਸ਼ਟ ਜ਼ਰੂਰ ਹੋ ਜਾਂਦਾ ਹੈ ਕਿ ਸੱਚ ਕਿੱਥੇ ਪਿਆ ਹੈ। ਸੋ ਸਿੱਖ ਚਿੰਤਕ ਵਰਗ ਦੀ ਕਹਿ ਸਕਦੇ ਹੋ ਕਿ ਜਿਹੜੀ ਖੋਜ ਹੈ, ਖਾਸ ਕਰਕੇ ਆਜ਼ਾਦੀ ਸੰਘਰਸ਼ ਦੇ ਵਿੱਚ ਜਿਹੜੀ ਸਿੱਖਾਂ ਦੀ ਭੂਮਿਕਾ ਹੈ ਔਰ ਜਿਹੜੀਆਂ ਉਹਨਾਂ ਦੀਆਂ ਸ਼ਹਾਦਤਾਂ ਜਾਂ ਫਿਰ ਉਹਨਾਂ ਦੀਆਂ ਕਹਿ ਸਕਦੇ ਹੋ ਕਿ ਇੰਨੀਆਂ ਜ਼ਿਆਦਾ ਘਾਲਣਾਵਾਂ ਨੇ, ਜਿਉਂ-ਜਿਉਂ ਉਜਾਗਰ ਹੁੰਦੀਆਂ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਮਾਨਸਿਕਤਾ ਦੇ ਵਿੱਚ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਕਿ ਇਹ ਜਿਹੜੇ ਗਦਰੀ ਬਾਬੇ ਨੇ, ਊਧਮ ਸਿੰਘ ਨੇ, ਸਰਦਾਰ ਕਰਤਾਰ ਸਿੰਘ ਸਰਾਭਾ ਨੇ, ਇਹਨਾਂ ਦੀ ਸ਼ਹਾਦਤ ਦੇ ਸਮੇਂ ਇਹਨਾਂ ਦੇ ਕਾਰਜ ਜਿਹੜੇ ਨੇ ਉਹਨਾਂ ਦਾ ਪੱਧਰ ਬਹੁਤ ਉੱਚਾ ਹੈ, ਪਰ ਉਹ ਜਿਹੜੇ ਨੇ ਉਹ ਭਾਰਤੀ ਰਾਸ਼ਟਰੀਵਾਦ ਦੇ ਨਾਇਕ ਕਿਉਂ ਨਾ ਸਿੱਧ ਹੋ ਸਕੇ। ਸੋ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਭਗਤ ਸਿੰਘ ਦੇ ਨਾਲ ਕੋਈ ਨਿੱਜੀ ਵਿਰੋਧ ਨਹੀਂ ਹੈ, ਗੱਲ ਤੇ ਇਹ ਹੈ ਕਿ ਜਿਹੜੀ ਵਿਚਾਰਧਾਰਾ ਦੇ ਨਾਲ ਉਹ ਜੁੜਿਆ ਹੋਇਆ ਸੀ ਉਹ ਵਿਚਾਰਧਾਰਾ ਗੁਰਮਤਿ ਵਿਚਾਰਧਾਰਾ ਦੇ ਦਾਇਰੇ ਦੇ ਵਿੱਚ ਸਮਾ ਹੀ ਨਹੀਂ ਸਕਦੀ। ਬੇਸ਼ੱਕ ਤੁਸੀਂ ਵੇਖਦੇ ਹੋ
ਖੱਬੇ ਪੱਖੀਆਂ ਨੇ ਬਹੁਤ ਯਤਨ ਕੀਤੇ ਨੇ, ਕਿਤੇ ਗੁਰੂ ਨਾਨਕ ਸਾਹਿਬ ਨੂੰ ਮਾਰਕਸ ਦੇ ਨਾਲ ਜੋੜਨ ਦੇ, ਕਿਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰਕਸ ਦੇ ਨਾਲ ਜੋੜਨ ਦੇ। ਇਸ ਤਰ੍ਹਾਂ ਦੇ ਬਹੁਤ ਸਾਰੇ ਯਤਨ ਕੀਤੇ ਨੇ, ਪਰ ਨਾ ਤਾਂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਵਿੱਚ ਮਾਰਕਸਵਾਦ ਜਾਂ ਲੈਨਿਨ ਜਿਹੜਾ ਉਹ ਸਮਾ ਸਕਦਾ, ਜਾਂ ਫਿਰ ਉਹਨਾਂ ਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਨੂੰ ਆਪਣੇ ਕਲਾਵੇ ਦੇ ਵਿੱਚ ਨਹੀਂ ਲੈ ਸਕਦੀ, ਤੇ ਨਾ ਹੀ ਭਗਤ ਸਿੰਘ ਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਵਿੱਚ ਸਮਾਜ ਜਿਹੜੀ ਹੋ ਸਕਦੀ ਹੈ। ਪਰ ਬਹੁਤ ਸਾਰੀਆਂ ਕਲਮੀ ਚਲਾਕੀਆਂ ਜਿਹੜੀਆਂ ਨੇ ਉਹ ਲਗਾਤਾਰ ਜਾਰੀ ਰਹਿੰਦੀਆਂ ਨੇ। ਸੋ ਜਿਹੜੀ ਗੱਲ ਸਭ ਤੋਂ ਵੱਡੀ ਹੈ ਉਹ ਹੈ ਕਿ ਅਸਹਿਮਤੀ ਨਿੱਜੀ ਨਹੀਂ ਹੈ, ਬਲਕਿ ਇਹ ਜਿਹੜੀ ਜੰਗ ਹੈ ਇਹ ਵਿਚਾਰਧਾਰਾ ਦੀ ਹੈ। ਜਿਹੜੀ ਵਿਚਾਰਧਾਰਾ ਉਸਨੇ ਅਪਣਾਈ ਤੇ ਜਿਹੜੀ ਧਿਰ ਦੀ ਵਿਚਾਰਧਾਰਾ ਹੁਣ ਉਸ ਨੂੰ ਅਪਣਾ ਰਹੀ ਹੈ, ਉਹ ਗੁਰਮਤਿ ਦੇ ਦਾਇਰੇ ਦੇ ਅਨੁਕੂਲ ਨਹੀਂ ਹੈ। ਮੈਂ ਸਿੱਧੇ ਰੂਪ ਦੇ ਵਿੱਚ ਕਹਾਂ ਕਿ ਆਮ ਆਦਮੀ ਪਾਰਟੀ, ਜੇ ਮੈਂ ਸਪਸ਼ਟ ਕਹਾਂ ਤੇ ਭਗਤ ਸਿੰਘ ਦੀ ਜਿਹੜੀ ਆਰੀਆ ਸਮਾਜ ਨਾਲ ਸੰਬੰਧਿਤ ਰਾਸ਼ਟਰਵਾਦੀ ਵਿਚਾਰਧਾਰਾ ਸੀ ਉਹ ਸਿੱਖ ਵਿਚਾਰਧਾਰਾ ਦੇ ਅਨੁਕੂਲ ਨਹੀਂ ਹੈ, ਤੇ ਆਮ ਆਦਮੀ ਪਾਰਟੀ ਜਿਸ ਵਿਚਾਰਧਾਰਾ ਦੇ ਨਾਲ ਭਗਤ ਸਿੰਘ ਨੂੰ ਜੋੜ ਕੇ ਜਿਸ ਤਰ੍ਹਾਂ ਪੇਸ਼ ਕਰਨਾ ਚਾਹੁੰਦੀ ਹੈ ਉਹ ਜਿਹੜੀ ਹੈ ਉਹ ਕਿਸੇ ਵੀ ਤਰ੍ਹਾਂ ਦੇ ਨਾਲ ਸਿੱਖ ਵਿਚਾਰਧਾਰਾ ਦੇ ਵਿੱਚ ਆਪਣੀ ਜਗ੍ਹਾ ਨਹੀਂ ਬਣਾ ਸਕਦੀ। ਸੋ ਦੂਜੀ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਬਹੁਤ ਦੋਹਰੇ ਜਿਹੜੇ ਮਾਪਦੰਡ ਉਹ ਵਰਤ ਰਹੇ ਆ। ਇੱਕ ਪਾਸੇ ਤਾਂ ਉਹ ਮਹਾਤਮਾ ਗਾਂਧੀ ਨੂੰ ਵੀ ਅਪਣਾਉਂਦੇ ਨੇ, ਮੈਂ ਮਹਾਤਮਾ ਗਾਂਧੀ ਇਸ ਕਰਕੇ ਸ਼ਬਦ ਵਰਤ ਰਿਹਾ ਕਿ ਜਿਸ ਸ਼ਬਦ ਦੇ ਨਾਲ ਉਹ ਸੰਬੋਧਿਤ ਕਰਦੇ ਨੇ, ਤੇ ਦੂਜੇ ਪਾਸੇ ਉਹ ਭਗਤ ਸਿੰਘ ਨੂੰ ਵੀ ਆਪਣਾ ਨਾਇਕ ਸਿੱਧ ਕਰਨ ਦੇ ਯਤਨ ਦੇ ਵਿੱਚ ਰਹਿੰਦੇ ਨੇ। ਤੇ ਜੇ ਸਪਸ਼ਟ ਸ਼ਬਦਾਂ ਵਿੱਚ ਕਹਾਂ ਤੇ ਇਹ ਇੱਕ ਇਸ ਤਰ੍ਹਾਂ ਦਾ ਵਰਤਾਰਾ ਹੈ ਕਿ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਜਿਹੜੀਆਂ ਪਾਉਣ ਦਾ ਯਤਨ ਕੀਤਾ ਜਾ ਰਿਹਾ। ਜੇਕਰ ਕਿਤੇ ਤੁਹਾਨੂੰ ਹੰਸ ਰਾਜ ਰਹਿਬਰ ਦੀ ਇੱਕ ਕਿਤਾਬ ਗਾਂਧੀ ਬੇਨਕਾਬ ਉਹਨੂੰ ਪੜ੍ਹਨ ਦਾ ਮੌਕਾ ਮਿਲੇ ਤਾਂ ਉਸ ਨੇ ਬਹੁਤ ਸਾਰੇ ਹਵਾਲਿਆਂ ਦੇ ਅਨੁਸਾਰ ਦੱਸਿਆ ਕਿ ਗਾਂਧੀ ਇਰਵਨ ਪੈਕਟ, ਉਹਨੇ ਬਕਾਇਦਾ ਫਾਈਲ ਨੰਬਰ ਵੀ ਦਿੱਤਾ ਹੈ 5-45/1631 KW ਹੋਮ ਮਿਨਿਸਟਰੀ ਦੀ। ਇਹ ਹੋਮ ਮਿਨਿਸਟਰੀ ਦੀ ਫਾਈਲ ਸੀ ਤੇ ਉਹਦੇ ਵਿੱਚ ਵੀ ਬੜਾ ਸਪਸ਼ਟ ਹੈ ਕਿ ਗਾਂਧੀ ਇਰਵਨ ਪੈਕਟ ਦੇ ਦੌਰਾਨ ਜਦੋਂ ਅੰਗਰੇਜ਼ਾਂ ਦੇ ਨਾਲ ਵਾਰਤਾ ਚੱਲ ਰਹੀ ਸੀ ਉਸ ਤੋਂ ਕੁਝ ਦਿਨਾਂ ਬਾਅਦ ਭਗਤ ਸਿੰਘ ਨੂੰ ਫਾਂਸੀ ਦਿੱਤੀ ਜਾਣੀ ਸੀ, ਪਰ ਗਾਂਧੀ ਦੇ ਵੱਲੋਂ ਕਿਸੇ ਵੀ ਤਰ੍ਹਾਂ ਦੇ ਨਾਲ ਉਸ ਦੀ ਫਾਂਸੀ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਸਗੋਂ ਇੱਕ ਫਾਈਲ ਉਹਦਾ ਨੰਬਰ 33-1/17/31 ਹੈ, ਜਿਹੜੀ ਕਿ ਵਾਇਸਰਾਏ ਦੇ ਗ੍ਰਹਿ ਵਿਭਾਗ ਦਾ ਜਿਹੜਾ ਮੈਂਬਰ ਸੀ ਐਮਰਸਨ, ਉਸ ਦੇ ਨਾਲ ਜਿਹੜੀ ਆ ਗੱਲਬਾਤ ਦੀ ਗੱਲ ਹੈ ਉਹ 20 ਮਾਰਚ ਦੀ ਹੈ, ਤੇ ਉਹਦੇ ਵਿੱਚੋਂ ਦੱਸਦਾ ਹੈ ਕਿ ਗਾਂਧੀ ਨੂੰ ਭਗਤ ਸਿੰਘ ਦੇ ਕੇਸ 'ਚ ਕੋਈ ਦਿਲਚਸਪੀ ਨਹੀਂ ਸੀ। ਕਹਿੰਦਾ ਉਸ ਨੂੰ ਪੁੱਛਿਆ ਗਿਆ ਕਿ ਫਾਂਸੀ ਦੇਣ ਤੋਂ ਬਾਅਦ ਹਾਲਾਤ ਖਰਾਬ ਨਹੀਂ ਹੋਣੇ ਚਾਹੀਦੇ ਤੇ ਗਰਮ ਤਕਰੀਰਾਂ ਨਹੀਂ ਹੋਣੀਆਂ ਚਾਹੀਦੀਆਂ, ਤੇ ਉਸ ਵੇਲੇ ਗਾਂਧੀ ਨੇ ਜਵਾਬ ਦਿੱਤਾ ਕਿ ਮੇਰੇ ਤੋਂ ਜੋ ਵੀ ਹੋ ਸਕਿਆ ਮੈਂ ਕਰਾਂਗਾ। ਸੋ ਇਸ ਨੂੰ ਸਮਝਣ ਦੀ ਲੋੜ ਹੈ ਕਿ ਕਿਤੇ ਨਾ ਕਿਤੇ ਤਾਂ ਗਾਂਧੀ ਨੂੰ ਵੀ ਮਹਾਤਮਾ ਕਹਿ ਕੇ ਉਸ ਨੂੰ ਆਪਣੇ ਦੇ ਵਿੱਚ ਲਿਆਉਣ ਦਾ ਯਤਨ ਕੀਤਾ ਜਾਂਦਾ ਹੈ, ਕਿਤੇ ਭਗਤ ਸਿੰਘ ਨੂੰ ਨਾਇਕ ਬਣਾਇਆ ਜਾਂਦਾ ਹੈ। ਫਿਰ ਭਗਤ ਸਿੰਘ ਜਿਹੜਾ ਹੈ ਉਹ ਦੱਬੇ ਕੁਚਲਿਆਂ ਦੇ ਹੱਕ ਦੇ ਵਿੱਚ ਆਏ ਸਾਈਮਨ ਕਮਿਸ਼ਨ ਜਿਹੜਾ ਹੈ ਉਹਦੇ ਵਿਰੋਧ ਵਾਲੀ ਧਿਰ ਦੇ ਨਾਲ ਖੜਾ ਹੈ, ਭਾਵ ਕਿ ਉਹਦਾ ਪਰਿਵਾਰ ਜਾਂ ਲਾਲਾ ਲਾਜਪਤ ਰਾਏ, ਤੇ ਉਹਦੇ ਨਾਲ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਵੀ ਲਾ ਦਿੱਤੀਆਂ ਜਾਂਦੀਆਂ ਨੇ, ਜਿਹੜੇ ਕਿ ਕਹਿ ਸਕਦੇ ਹਾਂ ਕਿ ਹਮੇਸ਼ਾ ਹੀ ਦਲਿਤਾਂ ਦੇ ਜਾਂ ਦੱਬਿਆਂ ਹੋਇਆਂ ਦੇ ਜਾਂ ਕੁਚਲੇ ਲੋਕਾਂ ਦੇ ਹੱਕਾਂ ਦੀ ਜਿਹੜੀ ਗੱਲ ਹੈ ਉਹ ਕਰਦੇ ਰਹੇ। ਸੋ ਕਹਿਣ ਤੋਂ ਭਾਵ ਹੈ ਕਿ ਗੱਲ ਕਿਸੇ ਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ, ਗੱਲ ਵਿਚਾਰਧਾਰਾਵਾਂ ਦਾ ਟਕਰਾਅ ਹੈ, ਤੇ ਇਹ ਜਿਹੜੀ ਵਿਚਾਰਧਾਰਾ ਦੇ ਉੱਪਰ ਚਰਚਾ ਹੈ ਇਹ ਬਹੁਤ ਉਸਾਰੂ ਰੂਪ ਦੇ ਵਿੱਚ ਹੋਣੀ ਚਾਹੀਦੀ ਹੈ, ਘਟੀਆ ਪੱਧਰ ਤੇ ਨਹੀਂ ਹੋਣੀ ਚਾਹੀਦੀ। ਮੇਰੀ ਅੱਜ ਫੋਨ ਦੇ ਉੱਪਰ ਸਰਦਾਰ ਅਜਮੇਰ ਸਿੰਘ ਹੁਣਾਂ ਦੇ ਨਾਲ ਵੀ ਗੱਲ ਹੋਈ, ਸਰਦਾਰ ਗੁਰਤੇਜ ਸਿੰਘ ਹੁਣਾਂ ਦੇ ਨਾਲ ਵੀ ਗੱਲ ਹੋਈ, ਤੇ ਸਾਡੇ ਵੱਲੋਂ ਮੇਰੇ ਖਿਆਲ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਵੀਰ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਜਾਣ ਬੁੱਝ ਕੇ ਪੰਜਾਬ ਦੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾਉਣ ਦੇ ਵਾਸਤੇ ਇਸ ਕੇ ਉਹ ਮੁੱਦਾ ਉਠਾਉਣ ਦਾ ਯਤਨ ਕੀਤਾ ਜਿਹਦੇ ਨਾਲ ਇੱਕ ਵੱਡਾ ਟਕਰਾਅ ਪੈਦਾ ਹੋਵੇ, ਤਾਂ ਅਸੀਂ ਕਹਿੰਦੇ ਹਾਂ ਕਿ ਕਿਸੇ ਵੀ ਮੰਚ ਦੇ ਉੱਪਰ, ਕਿਸੇ ਦਾ ਭਾਵ ਇਹ ਨਾ ਸਮਝੋ ਕਿ ਕਿਸੇ ਟੈਲੀਵਿਜ਼ਨ ਦੇ ਉੱਪਰ ਨਹੀਂ, ਉਹ ਜਿਹੜੀ ਕੁੱਕਰ ਚਰਚਾ ਹੁੰਦੀ ਅਸੀਂ ਉਹ ਨਹੀਂ ਕਰਨਾ ਚਾਹੁੰਦੇ, ਬਲਕਿ ਕਿਸੇ ਵੀ ਸੈਮੀਨਾਰ ਦੇ ਵਿੱਚ ਭਗਤ ਸਿੰਘ ਦੀ ਵਿਚਾਰਧਾਰਾ ਦੇ ਬਾਰੇ ਸਾਡੇ ਨਾਲ ਜਿਹੜਾ ਉਹ ਸੰਵਾਦ ਰਚਾ ਸਕਦੇ ਨੇ, ਸਾਡੇ ਨਾਲ ਚਰਚਾ ਕਰ ਸਕਦੇ ਨੇ। ਇਹ ਗੱਲ ਸਰਦਾਰ ਅਜਮੇਰ ਸਿੰਘ ਹੁਣਾਂ ਨਾਲ ਵੀ ਮੇਰੀ ਹੋਈ, ਸਰਦਾਰ ਗੁਰਤੇਜ ਸਿੰਘ ਹੁਣਾਂ ਨਾਲ ਵੀ ਹੋਈ। ਹਾਲਾਂਕਿ ਮੈਂ ਭਗਤ ਸਿੰਘ ਦੀ ਵਿਚਾਰਧਾਰਾ ਦੇ ਉੱਪਰ ਕੋਈ ਬਹੁਤ ਜ਼ਿਆਦਾ ਕੰਮ ਨਹੀਂ ਕੀਤਾ, ਪਰ ਫਿਰ ਵੀ ਮੈਂ ਜਿੰਨਾ ਕੁ ਸਰਦਾਰ ਕਰਪੂਰ ਸਿੰਘ ਹੁਣਾਂ ਨੂੰ, ਸਰਦਾਰ ਗੁਰਤੇਜ ਸਿੰਘ ਹੁਣਾਂ ਨੂੰ ਜਾਂ ਹੋਰ ਜਿਹੜੇ ਸਿੱਖ ਚਿੰਤਕ ਨੇ ਉਹਨਾਂ ਨੂੰ ਪੜ੍ਹਿਆ, ਤੇ ਉਹਦੇ ਅਨੁਕੂਲ ਮੈਨੂੰ ਲੱਗਦਾ ਹੈ ਕਿ
ਕਿਸੇ ਵੀ ਲਿਖਤ ਦੇ ਵਿੱਚ ਭਗਤ ਸਿੰਘ ਦੇ ਨਾਲ ਕੋਈ ਨਿੱਜੀ ਵਿਰੋਧ ਨਹੀਂ ਹੈ, ਪਰ ਭਗਤ ਸਿੰਘ ਦੀ ਜਿਹੜੀ ਵਿਚਾਰਧਾਰਾ ਹੈ ਉਹ ਸਿੱਖ ਵਿਚਾਰਧਾਰਾ ਦੇ ਅਨੁਕੂਲ ਨਹੀਂ ਹੈ। ਵਿਰੋਧ ਇੱਥੇ ਹੈ, ਭਗਤ ਸਿੰਘ ਦੇ ਨਾਲ ਕੋਈ ਨਿੱਜੀ ਵਿਰੋਧ ਨਹੀਂ। ਮੈਂ ਫਿਰ ਦੁਬਾਰਾ ਆਮ ਆਦਮੀ ਪਾਰਟੀ ਦੇ ਜਿਹੜੇ ਵੀਰ ਨੇ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕਿਤੇ ਵੀ ਜਨਤਕ ਤੌਰ ਦੇ ਉੱਪਰ ਇਸ ਮੁੱਦੇ ਦੇ ਉੱਪਰ, ਵਿਚਾਰਧਾਰਾ ਦੇ ਮੁੱਦੇ ਦੇ ਉੱਪਰ, ਜਿੱਥੋਂ ਤੱਕ ਭਗਤ ਸਿੰਘ ਨੂੰ ਸ਼ਹੀਦ ਮੰਨਣ ਦੀ ਗੱਲ ਹੈ, ਹਰ ਬੰਦਾ ਆਜ਼ਾਦ ਹੈ, ਤੁਸੀਂ ਮੰਨ ਸਕਦੇ ਹੋ, ਇਹਦੇ ਉੱਪਰ ਸਾਡਾ ਕੋਈ ਨਾ ਕੋਈ ਗਿਲਾ ਹੈ ਨਾ ਕੋਈ ਸ਼ਿਕਵਾ ਹੈ। ਪਰ ਜੇਕਰ ਤੁਸੀਂ ਵਿਚਾਰਧਾਰਾ ਦੇ ਉੱਪਰ ਇੱਕ ਸੰਵਾਦ ਰਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਜਦੋਂ ਵੀ ਕਹੋ ਅਸੀਂ ਜਨਤਕ ਤੌਰ ਤੇ ਕਿਸੇ ਸੈਮੀਨਾਰ ਦੇ ਵਿੱਚ ਤੁਹਾਡੇ ਨਾਲ ਸੰਵਾਦ ਕਰਨ ਦੇ ਵਾਸਤੇ ਤਿਆਰ ਹਾਂ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।